ਹੈਲੋ ਸਟੂਡੈਂਟਸ, ਅੱਜ ਦਾ ਟੌਪਿਕ ਹੈ ਇਨਫਲੇਸ਼ਨਰੀ ਗੈਪ, ਸਫੀਤੀ ਅੰਤਰਾਲ। ਇਹ ਆਪਾਂ ਸ਼ਾਰਟ ਨੋਟ ਵਾਸਤੇ ਪੜ੍ਹ ਰਹੇ ਹਾਂ। ਇਨਫਲੇਸ਼ਨਰੀ ਗੈਪ ਜਾਂ ਸਫੀਤੀ ਅੰਤਰਾਲ ਦੀ ਧਾਰਨਾ ਜਿਹੜੀ ਜਾਂ ਕਨਸੈਪਟ ਇਹ ਕੇਂਜ ਨੇ 1940 ਦੇ ਵਿੱਚ ਦਿੱਤੀ ਸੀ। ਇਸ ਨੇ ਹਾਊ ਟੂ ਪੇ ਫਾਰ ਵਾਰ ਦੇ ਵਿੱਚ ਇਹ ਕਨਸੈਪਟ ਦੱਸੀ ਸੀ। ਕੇਂਜ ਨੇ ਦੱਸਿਆ ਸੀ ਕਿ ਜਦੋਂ ਇਕੋਨਮੀ ਦੇ ਵਿੱਚ ਐਗਰੀਗੇਟ ਡਿਮਾਂਡ ਐਗਰੀਗੇਟ ਸਪਲਾਈ ਨਾਲੋਂ ਜ਼ਿਆਦਾ ਹੁੰਦੀ ਹੈ ਤਾਂ ਉਦੋਂ ਸਫੀਤਿਕ ਅੰਤਰਾਲ ਪੈਦਾ ਹੋ ਜਾਂਦਾ ਹੈ, ਇਨਫਲੇਸ਼ਨਰੀ ਗੈਪ ਪੈਦਾ ਹੋ ਜਾਂਦਾ ਹੈ। ਇਨਫਲੇਸ਼ਨਰੀ ਗੈਪ ਕਿਉਂ ਪੈਦਾ ਹੁੰਦਾ ਹੈ? ਕਿਉਂਕਿ ਇਕੋਨਮੀ ਦੇ ਵਿੱਚ ਐਗਰੀਗੇਟ ਡਿਮਾਂਡ ਐਗਰੀਗੇਟ ਸਪਲਾਈ ਨਾਲੋਂ ਜ਼ਿਆਦਾ ਹੁੰਦੀ ਹੈ। ਐਗਰੀਗੇਟ ਡਿਮਾਂਡ ਹੈ ਜਿਹੜੀ ਉਹ ਕਿਹੜੇ ਕਾਰਨਾਂ ਕਰਕੇ ਜ਼ਿਆਦਾ ਹੁੰਦੀ ਹੈ? ਕਿਉਂਕਿ ਲੋਕਾਂ ਕੋਲੇ ਮੋਨੈਟਰੀ ਇਨਕਮ ਹੈ ਜਿਹੜੀ ਉਹ ਜ਼ਿਆਦਾ ਹੈਗੀ ਹੈ, ਤੇ ਐਗਰੀਗੇਟ ਸਪਲਾਈ ਹੈ ਜਿਹੜੀ ਉਹ ਘੱਟ ਇਸ ਕਰਕੇ ਹੁੰਦੀ ਹੈ ਕਿਉਂਕਿ ਜਿਹੜੀਆਂ ਵਸਤੂਆਂ ਇਕੋਨਮੀ ਦੇ ਵਿੱਚ ਅਵੇਲੇਬਲ ਹੈਗੀਆਂ ਜਾਂ ਕੁਆਂਟੀਟੀ ਆਫ ਗੂਡਸ ਜਾਂ ਵਸਤੂਆਂ ਦੀ ਸਪਲਾਈ ਜਿਹੜੀ ਇਕੋਨਮੀ ਦੇ ਵਿੱਚ ਅਵੇਲੇਬਲ ਹੈ ਜਾਂ ਉਪਲਬਧ ਹੈਗੀ ਹੈ ਉਹ ਘੱਟ ਹੈ, ਤੇ ਇਸ ਕਰਕੇ ਇਨਫਲੇਸ਼ਨਰੀ ਗੈਪ ਹੈ ਜਿਹੜਾ ਉਹ ਪੈਦਾ ਹੋ ਜਾਂਦਾ ਹੈ। ਜਦੋਂ ਇਕੋਨਮੀ ਦੇ ਵਿੱਚ ਲੋਕਾਂ ਦੀ ਮੋਨੈਟਰੀ ਇਨਕਮ ਜ਼ਿਆਦਾ ਹੁੰਦੀ ਹੈ ਤੇ ਅਵੇਲੇਬਲ ਗੂਡਸ ਦੀ ਕੁਆਂਟੀਟੀ ਹੈ ਜਿਹੜੀ ਉਹ ਘੱਟ ਹੁੰਦੀ ਹੈ ਤਾਂ ਉਦੋਂ ਇਨਫਲੇਸ਼ਨਰੀ ਗੈਪ ਪੈਦਾ ਹੋ ਜਾਂਦਾ ਹੈ। ਇਸ ਨੂੰ ਹੁਣ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਮੰਨ ਲਓ ਇਕੋਨਮੀ ਦੇ ਵਿੱਚ ਮੋਨੈਟਰੀ ਇਨਕਮ ਹੈ ਜਿਹੜੀ ਕੰਜ਼ਿਊਮਰਸ ਦੀ ਜਾਂ ਲੋਕਾਂ ਦੀ ਉਹ 3000 ਰੁਪਏ ਹੈ, ਤੇ ਵਸਤੂਆਂ ਜਿਹੜੀਆਂ ਉਹ 2500 ਰੁਪਏ ਦੀਆਂ। ਤਾਂ ਇਸ ਤਰ੍ਹਾਂ ਨਾਲ 3000 ਹੈ ਜਿਹੜਾ ਗ੍ਰੇਟਰ ਦੈਨ 2500 ਹੈ। ਲੋਕਾਂ ਦੀ ਮੋਨੈਟਰੀ ਇਨਕਮ ਹੈ ਜਿਹੜੀ ਉਹ ਵਸਤੂਆਂ ਦੀ ਸਪਲਾਈ ਦੇ ਨਾਲੋਂ ਜ਼ਿਆਦਾ ਹੈ। ਲੋਕਾਂ ਦੀ ਐਗਰੀਗੇਟ ਡਿਮਾਂਡ ਹੈ ਜਿਹੜੀ ਉਹ ਐਗਰੀਗੇਟ ਸਪਲਾਈ ਨਾਲੋਂ ਜ਼ਿਆਦਾ, ਇਕੋਨਮੀ ਦੇ ਵਿੱਚ ਐਗਰੀਗੇਟ ਡਿਮਾਂਡ ਐਗਰੀਗੇਟ ਸਪਲਾਈ ਨਾਲੋਂ ਜ਼ਿਆਦਾ ਹੈ। ਕਿੰਨੀ ਜ਼ਿਆਦਾ ਆਪਾਂ ਦੇਖਦੇ ਹਾਂ, 3000 ਮਾਈਨਸ 2500, 3000 ਐਗਰੀਗੇਟ ਡਿਮਾਂਡ 2500 ਐਗਰੀਗੇਟ ਸਪਲਾਈ। ਐਗਰੀਗੇਟ ਡਿਮਾਂਡ ਹੈ ਜਿਹੜੀ ਇਹ ਮੋਨੈਟਰੀ ਇਨਕਮ ਦੇ ਕਰਕੇ ਹੁੰਦੀ ਹੈ, ਮੋਨੈਟਰੀ ਇਨਕਮ ਨਾਲ ਸੰਬੰਧਿਤ ਹੁੰਦੀ ਹੈ, ਤੇ ਐਗਰੀਗੇਟ ਸਪਲਾਈ ਹੈ ਜਿਹੜੀ ਉਹ ਅਵੇਲੇਬਿਲਿਟੀ ਆਫ ਗੂਡਸ ਨਾਲ ਸੰਬੰਧਿਤ ਹੁੰਦੀ ਹੈ। ਇਸ ਤਰ੍ਹਾਂ ਨਾਲ 3000 ਮਾਈਨਸ 2500 ਹੋ ਗਿਆ 500 ਰੁਪਇਆ, 500 ਕਰੋੜ ਹੋ ਗਿਆ। ਤਾਂ 500 ਦੇ ਬਰਾਬਰ ਦਾ ਇਨਫਲੇਸ਼ਨਰੀ ਗੈਪ ਹੈ ਜਿਹੜਾ ਇਕੋਨਮੀ ਦੇ ਵਿੱਚ ਪਾਇਆ ਜਾ ਰਿਹਾ। ਇਹ ਹੈਗਾ ਜਿਹੜਾ 500 ਜਾਂ ਦੋਨੋਂ ਐਗਰੀਗੇਟ ਡਿਮਾਂਡ ਤੇ ਐਗਰੀਗੇਟ ਸਪਲਾਈ ਦਾ ਜਿੰਨਾ ਵੀ ਡਿਫਰੈਂਸ ਪਾਇਆ ਜਾ ਰਿਹਾ ਹੈ ਉਸ ਨੂੰ ਆਪਾਂ ਇਨਫਲੇਸ਼ਨਰੀ ਗੈਪ ਕਹਾਂਗੇ। ਇਸ ਨੂੰ ਇਨਫਲੇਸ਼ਨ ਸਫੀਤਿਕ ਅੰਤਰਾਲ ਵੀ ਕਿਹਾ ਜਾਂਦਾ ਹੈਗਾ। ਤੇ ਇਸ ਨੂੰ ਆਪਾਂ ਡਾਇਗਰਾਮ ਦੇ ਨਾਲ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਡਾਇਗਰਾਮ ਦੇ ਨਾਲ ਇਸ ਨੂੰ ਐਕਸਪਲੇਨ ਕਰਦੇ ਹਾਂ। ਓ ਐਕਸ ਐਕਸਿਸ ਤੇ ਹੈ ਇਨਕਮ, ਓ ਵਾਈ ਐਕਸਿਸ ਤੇ ਹੈ ਕੰਜ਼ੰਪਸ਼ਨ ਇਨਵੈਸਟਮੈਂਟ ਤੇ ਗਵਰਨਮੈਂਟ ਐਕਸਪੈਂਡੀਚਰ। ਹੁਣ ਆਪਾਂ ਦੇਖਦੇ ਹਾਂ ਐਗਰੀਗੇਟ ਸਪਲਾਈ ਕਰਵ ਹੈ ਜਿਹੜਾ ਉਹ ਕਿਹੋ ਜਿਹਾ। ਐਗਰੀਗੇਟ ਸਪਲਾਈ ਕਰਵ ਹੈ ਜਿਹੜਾ 45 ਡਿਗਰੀ ਦਾ ਹੁੰਦਾ ਹੈ, ਇਸ ਤਰ੍ਹਾਂ ਦਾ ਹੈ। ਇਹ ਐਗਰੀਗੇਟ ਸਪਲਾਈ ਕਰਵ, ਤੇ ਇਹ ਹੈਗਾ ਐਗਰੀਗੇਟ ਡਿਮਾਂਡ ਕਰਵ। ਐਗਰੀਗੇਟ ਡਿਮਾਂਡ ਕਰਵ ਜਿਹਦੇ 'ਚ C ਪਲੱਸ I ਪਲੱਸ G ਸ਼ਾਮਿਲ ਹੈ। ਮੰਨ ਲਓ ਲੋਕਾਂ ਦੀ ਮੋਨੈਟਰੀ ਇਨਕਮ ਵੱਧ ਜਾਂਦੀ ਹੈ, ਉਹਦੇ ਕਰਕੇ ਐਗਰੀਗੇਟ ਡਿਮਾਂਡ ਕਰਵ ਹੈ ਜਿਹੜਾ ਉੱਪਰ ਨੂੰ ਸ਼ਿਫਟ ਹੋ ਜਾਊਗਾ। ਗੌਰਮੈਂਟ ਐਕਸਪੈਂਡੀਚਰ ਕਰ ਦਿੰਦੀ ਹੈ ਜਾਂ ਇਨਵੈਸਟਮੈਂਟ ਵਧਾ ਦਿੰਦੀ ਹੈ, ਤਾਂ ਇਹਨਾਂ ਕਾਰਨਾਂ ਕਰਕੇ ਐਗਰੀਗੇਟ ਡਿਮਾਂਡ ਕਰਵ ਹੈ ਜਿਹੜਾ ਐਗਰੀਗੇਟ ਡਿਮਾਂਡ ਵੱਧ ਜਾਂਦੀ ਹੈ ਤੇ ਐਗਰੀਗੇਟ ਡਿਮਾਂਡ ਕਰਵ ਉੱਪਰ ਨੂੰ ਸ਼ਿਫਟ ਹੋ ਜਾਂਦਾ ਹੈ। ਜਦੋਂ ਗੌਰਮੈਂਟ ਦਾ ਐਕਸਪੈਂਡੀਚਰ ਵੱਧ ਜਾਂਦਾ ਹੈ, G ਦੇ ਵਿੱਚ ਵਾਧਾ ਕਰ ਦਿੰਦੀ ਹੈ ਗੌਰਮੈਂਟ, ਤਾਂ ਉਦੋਂ ਕੀ ਹੁੰਦਾ ਹੈ, ਐਗਰੀਗੇਟ ਡਿਮਾਂਡ ਕਰਵ ਉੱਪਰ ਨੂੰ ਸ਼ਿਫਟ ਹੋ ਜਾਂਦਾ ਹੈ ਜਾਂ ਲੋਕਾਂ ਦੀ ਮੋਨੈਟਰੀ ਇਨਕਮ ਹੈ ਜਿਹੜੀ ਉਹ ਵੱਧ ਜਾਂਦੀ ਹੈ। ਤਾਂ ਹੁਣ ਇੰਨੀ ਐਗਰੀਗੇਟ ਡਿਮਾਂਡ ਹੈ ਜਿਹੜੀ ਇੰਨੀ ਵੱਧ ਗਈ ਹੈ। ਕੇਂਜ ਹੈ ਜਿਹੜਾ ਸ਼ਾਰਟ ਪੀਰੀਅਡ ਨਾਲ ਸੰਬੰਧਿਤ ਹੈ, ਤਾਂ ਸ਼ਾਰਟ ਪੀਰੀਅਡ ਦੇ ਵਿੱਚ ਕੀ ਹੁੰਦਾ ਹੈ ਕਿ ਨਾਲ ਦੀ ਨਾਲ ਵਸਤੂਆਂ ਦੀ ਸਪਲਾਈ ਹੈ ਜਿਹੜੀ ਨਹੀਂ ਵੱਧ ਸਕਦੀ। ਲੋਕਾਂ ਕੋਲੇ ਪੈਸਾ ਤਾਂ ਆ ਗਿਆ, ਐਗਰੀਗੇਟ ਸਪਲਾਈ ਤਾਂ ਇਸ ਦੇ ਅਕੋਰਡਿੰਗ ਹੈ, ਪਹਿਲਾਂ ਵਾਲੇ ਸਪਲਾਈ ਕਰਵ ਐਗਰੀਗੇਟ ਸਪਲਾਈ ਕਰਵ ਦੇ ਅਕੋਰਡਿੰਗ, ਪਰ ਐਗਰੀਗੇਟ ਡਿਮਾਂਡ ਹੈ ਜਿਹੜੀ ਇੰਨੀ ਵੱਧ ਗਈ ਹੈ। E0 ਤੋਂ E1 ਹੈ ਜਿਹੜੀ ਐਗਰੀਗੇਟ ਡਿਮਾਂਡ ਵੱਧ ਗਈ ਹੈ। ਐਗਰੀਗੇਟ ਸਪਲਾਈ ਹੈ ਜਿਹੜੀ E0 ਤੱਕ ਹੀ ਹੈ, ਐਗਰੀਗੇਟ ਡਿਮਾਂਡ ਵੱਧ ਕੇ E0 E1 ਹੋ ਗਈ ਹੈ। ਤਾਂ ਇਹਨਾਂ ਜਿਹੜਾ ਵਾਧਾ ਹੈਗਾ ਇਹ ਐਗਰੀਗੇਟ ਡਿਮਾਂਡ ਦੀ ਵਾਧੇ ਕਰਕੇ ਹੋਇਆ ਜਾਂ ਐਗਰੀਗੇਟ ਡਿਮਾਂਡ ਗ੍ਰੇਟਰ ਦੈਨ ਐਗਰੀਗੇਟ ਸਪਲਾਈ ਹੈ। ਇਸੇ ਨੂੰ ਹੀ ਇਨਫਲੇਸ਼ਨਰੀ ਗੈਪ ਕਿਹਾ ਜਾਂਦਾ। ਇੱਥੇ ਮੰਨ ਲਓ ਇਨਕਮ ਦਾ ਲੈਵਲ ਹੈ ਜਿਹੜਾ ਇਹ Y0 ਹੈ, ਤਾਂ ਜਿੰਨਾ ਚਿਰ ਇਹ ਇੱਥੇ ਰਵਾਂਗੇ ਇਸੇ ਦੇ ਅਕੋਰਡਿੰਗ ਰਿਹਾ ਜਾਊਗਾ, ਵਸਤੂਆਂ ਦੀ ਸਪਲਾਈ ਇੰਨੀ ਕੁ ਹੋਊਗੀ, ਤਾਂ ਉਹਨਾਂ ਟਾਈਮ ਹੈ ਜਿਹੜਾ ਇਨਫਲੇਸ਼ਨਰੀ ਗੈਪ ਰਹੂਗਾ। ਪਰ ਅੱਗੋਂ ਜਾ ਕੇ ਜਦੋਂ ਸਪਲਾਈ ਵੀ ਐਗਰੀਗੇਟ ਡਿਮਾਂਡ ਦੇ ਬਰਾਬਰ ਹੋ ਜੂਗੀ ਜਾਂ ਐਗਰੀਗੇਟ ਡਿਮਾਂਡ ਤੇ ਸਪਲਾਈ ਦੋਨੇ ਹੀ ਬਰਾਬਰ ਹੋ ਜਾਣਗੀਆਂ, ਇਹ ਹੋਊਗਾ Y1 ਲੈਵਲ ਤੇ ਜਾ ਕੇ। Y1 ਲੈਵਲ ਤੇ ਜਾ ਕੇ ਇਨਫਲੇਸ਼ਨਰੀ ਗੈਪ ਹੈ ਜਿਹੜਾ ਉਹ ਖਤਮ ਹੋ ਜੂਗਾ। E0 ਤੋਂ E1 ਤੱਕ ਜਿਹੜਾ ਗੈਪ ਪਾਇਆ ਜਾ ਰਿਹਾ ਇਸ ਨੂੰ ਹੀ ਕੇਂਜ ਨੇ ਇਨਫਲੇਸ਼ਨਰੀ ਗੈਪ ਕਿਹਾ। ਇਸ ਗੈਪ ਨੂੰ ਇਨਫਲੇਸ਼ਨਰੀ ਗੈਪ ਕਿਹਾ ਜਾਂਦਾ। ਐਗਰੀਗੇਟ ਡਿਮਾਂਡ ਗ੍ਰੇਟਰ ਦੈਨ ਐਗਰੀਗੇਟ ਸਪਲਾਈ ਹੁੰਦਾ ਤਾਂ ਉਸੇ ਨੂੰ ਹੀ ਇਨਫਲੇਸ਼ਨਰੀ ਗੈਪ ਜਾਂ ਸਫੀਤਿਕ ਅੰਤਰਾਲ ਕਿਹਾ ਜਾਂਦਾ ਹੈ। ਇੱਥੇ ਐਗਰੀਗੇਟ ਡਿਮਾਂਡ ਕਰਵ ਉੱਚਾ ਹੈ
ਤੇ ਸਪਲਾਈ ਕਰਵ ਇਸ ਦੇ ਨੀਚੇ ਰਹਿ ਗਿਆ। ਇਸ ਕਰਕੇ ਇੰਨਾ ਜਿਹੜਾ ਡਿਫਰੈਂਸ ਐਗਰੀਗੇਟ ਡਿਮਾਂਡ ਤੇ ਸਪਲਾਈ ਦਾ, ਇਸ ਨੂੰ ਸਫੀਤਿਕ ਅੰਤਰਾਲ ਕਿਹਾ ਜਾਂਦਾ ਹੈ। ਤਾਂ ਥੈਂਕ ਯੂ ਸਟੂਡੈਂਟਸ।